ਅੱਜ ਅਸੀਂ ਕਰਨ ਲੱਗੇ ਹਾਂ ਅਵਤਾਰ ਸਿੰਘ ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ। ਇਹ ਪ੍ਰੋਫੈਸ਼ਨਲ ਕਲਾਸਿਸ ਦੇ ਵਿੱਚ ਲੱਗੀ ਹੋਈ ਕਵਿਤਾ ਹੈ, ਜਿਹੜੀ ਪੁਸਤਕ ਹੈ ਅੱਜ-ਕੱਲ ਇਸ ਵਾਸਤੇ ਨਿਸ਼ਚਿਤ ਕੀਤੀ ਗਈ, ਉਹ ਹੈ ਸਰਵੋਤਮ ਪੰਜਾਬੀ ਕਹਾਣੀ, ਕਵਿਤਾ ਤੇ ਕਹਾਣੀ। ਤੇ ਪਹਿਲਾਂ ਇਸ ਦਾ ਨਾਮ ਇਸ ਕਲਾਸ ਲਈ ਆਤਮ ਤੇ ਅਨਾਤਮ ਪੁਸਤਕ ਲੱਗੀ ਸੀ, ਪਰ ਹੁਣ ਅੱਜ-ਕੱਲ ਇਹ ਲੱਗੀ ਜਿਹੜੀ ਪੁਸਤਕ ਹੈ ਸਰਵੋਤਮ ਪੰਜਾਬੀ ਕਵਿਤਾ ਤੇ ਕਹਾਣੀ, ਉਹਦੇ ਵਿੱਚ ਆਖਰੀ ਕਵਿਤਾ ਹੈ। ਤੇ ਇਸ ਕਵਿਤਾ ਦੇ ਵਿੱਚ ਕਵੀ ਦਾ ਪਹਿਲਾ ਪੈਰਾ ਹੈ, ਉਸ ਦੇ ਵਿੱਚ ਅਵਤਾਰ ਸਿੰਘ ਪਾਸ਼ ਕ੍ਰਾਂਤੀਕਾਰੀ ਕਵੀ ਹੈ ਤੇ ਉਹ ਆਪਣੇ ਵਿਚਾਰ ਇਸ ਕ੍ਰਾਂਤੀਕਾਰੀ ਢੰਗ ਨਾਲ ਪੇਸ਼ ਕਰਦਾ ਹੋਇਆ ਉਹ ਉਹਨਾਂ ਸਥਿਤੀਆਂ ਦੀ ਕਲਪਨਾ ਕਰਦਾ ਹੈ, ਚਰਚਾ ਕਰਦਾ ਹੈ ਜੋ ਖਤਰਨਾਕ ਨਹੀਂ ਹੁੰਦੀਆਂ, ਪਰ ਖਤਰਨਾਕ ਹੁੰਦੀਆਂ ਹਨ। ਜਿਹੜੀਆਂ ਸਾਡੇ ਵਰਤਾਰੇ ਜਿਹੜੇ ਖਤਰਨਾਕ ਹੁੰਦੇ ਹਨ, ਕਵੀ ਨੇ ਉਹਨਾਂ ਬਾਰੇ ਗੱਲ ਕੀਤੀ ਹੈ ਤੇ ਕਵੀ ਨੇ ਜਿਹੜੇ ਉੱਚ ਵਰਗ ਦੇ ਲੋਕ ਹੈ ਉਹਨਾਂ ਵੱਲੋਂ ਛੋਟੇ ਵਰਗ ਦੇ ਲੋਕਾਂ ਨੂੰ ਦਬਾਏ ਜਾਣ ਦੀ ਜੋ ਇੱਕ ਸਮਾਜਿਕ ਇੱਕ ਰੀਤ ਹੈ, ਸਮਾਜ ਦਾ ਇੱਕ ਕਹਿ ਲਓ ਕਿ ਕੰਮ ਬਣਦਾ ਜਾ ਰਿਹਾ ਇਸ ਤਰ੍ਹਾਂ ਦਾ, ਉਸ ਤੇ ਕਵੀ ਨੇ ਚਰਚਾ ਕੀਤੀ ਹੈ। ਤੇ ਜਦੋਂ ਅਸੀਂ ਇਸ ਪੁਸਤਕ ਦੇ ਸੰਪਾਦਕਾਂ ਦੁਆਰਾ ਦਿੱਤੇ ਗਈਆਂ ਕੁਝ ਟਿੱਪਣੀਆਂ ਨੂੰ ਦੇਖਦੇ ਹੋਏ ਗੱਲ ਕਰ ਸਕਦੇ ਹਾਂ ਕਿ ਇਸ ਕਵਿਤਾ ਦੇ ਵਿੱਚ ਕਿਹਾ ਗਿਆ ਕਿ ਕਵਿਤਾ ਮੁੱਖ ਰੂਪ ਚ ਮਨੁੱਖ ਦੀ ਆਰਥਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਸਰੀਰਕ ਮਾਨਸਿਕ ਲੁੱਟ-ਖਸੁੱਟ ਦੁਆਲੇ ਉਸਾਰੀ ਗਈ ਹੈ। ਕਵੀ ਮਨੁੱਖੀ ਸਮਾਜ ਦੀ ਸਥਿਤੀ ਨੂੰ ਬਿਆਨ ਕਰਦਾ ਹੋਇਆ ਸਾਧਨਹੀਣ ਸਮਾਜ ਦੇ ਬਹੁਤ ਸਾਰੇ ਵੇਰਵਿਆਂ ਨੂੰ ਪ੍ਰਸਤੁਤ ਕਰਦਾ ਹੈ। ਉਹ ਇਸ ਕਵਿਤਾ ਰਾਹੀਂ ਮਨੁੱਖ ਦੇ ਜ਼ਬਤ ਕੀਤੇ ਖਿਆਲਾਂ ਅਤੇ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਪ੍ਰਤੀਕਾਂ ਦੇ ਮਾਧਿਅਮ ਨਾਲ ਪਿੱਠ ਭੂਮੀ ਤੋਂ ਅਗਰ ਭੂਮੀ ਤੱਕ ਲੈ ਆਉਂਦਾ ਹੈ। ਕਵੀ ਇਸ ਕਵਿਤਾ 'ਚ ਉੱਚ ਵਰਗ ਵੱਲੋਂ ਹੇਠਲੇ ਵਰਗ ਉੱਤੇ ਠੋਸੇ ਅਮਾਨਵੀ ਵਰਤਾਰਿਆਂ ਦੀ ਗੱਲ ਵੀ ਕਰਦਾ ਹੈ। ਤਾਂ ਅਸੀਂ ਜੇ ਅਸੀਂ ਪੈਰਾ ਪੜ੍ਹੀਏ ਤਾਂ ਪਹਿਲੇ ਪੈਰੇ ਦੇ ਵਿੱਚ ਕਿਹਾ ਗਿਆ ਹੈ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ ਪਰ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ ਪਰ ਖਤਰਨਾਕ ਨਹੀਂ ਹੁੰਦਾ। ਤਾਂ ਅਸੀਂ ਪਹਿਲੇ ਪੈਰੇ ਦੀ ਜੇ ਇੱਥੋਂ ਤੱਕ ਗੱਲ ਕਰੀਏ ਕਿ ਡਰੂ ਜੀ ਚੁੱਪ ਵਿੱਚ ਦੱਬ ਜਾਣਾ ਬੁਰਾ ਤਾਂ ਹੈ ਪਰ ਖਤਰਨਾਕ ਨਹੀਂ, ਤਾਂ ਇਹਦਾ ਪ੍ਰਸੰਗ ਇਹ ਕਾਵਿ ਟੋਟਾ ਸਾਹਿਬ ਪਾਠ ਪੁਸਤਕ ਸਰਵੋਤਮ ਪੰਜਾਬੀ ਕਵਿਤਾ ਤੇ ਕਹਾਣੀ ਚੋਂ ਲਿਆ ਗਿਆ। ਤੇ ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਆਪਣੀ ਅਣਖ ਤੇ ਸਵੈਮਾਨ ਗਵਾ ਲੈਣਾ ਸਭ ਤੋਂ ਖਤਰਨਾਕ ਹੈ। ਕਵੀ ਮਨੁੱਖ ਨੂੰ ਆਪਣੇ ਵਿਰੁੱਧ ਹੋ ਰਹੀ ਬੇਇਨਸਾਫੀ ਅਤੇ ਅਨਿਆਂ ਲਈ ਬੋਲਣ ਲਈ ਪ੍ਰੇਰਿਤ ਕਰਦਾ ਹੈ। ਕਵੀ ਅਨੁਸਾਰ ਸਭ ਕੁਝ ਸਹੀ ਜਾਣਾ, ਚੁੱਪ ਰਹਿਣਾ, ਸੁਪਨਿਆਂ ਦਾ ਮਰਨਾ ਸਭ ਤੋਂ ਖਤਰਨਾਕ ਹੈ। ਇਸ ਦੀ ਵਿਆਖਿਆ ਹੈ ਕਿ ਕਵੀ ਵਿਗਿਆਨਕ ਢੰਗ ਨਾਲ ਮਨੁੱਖ ਨੂੰ ਸੰਬੋਧਨ ਕਰਦਾ ਕਹਿੰਦਾ ਹੈ ਕਿ ਕਿਰਤ ਦੀ ਲੁੱਟ ਖਸੁੱਟ ਸਭ ਤੋਂ ਖਤਰਨਾਕ ਨਹੀਂ ਹੈ। ਜੇਕਰ ਕੋਈ ਸਰਮਾਏਦਾਰ ਕਿਰਤੀ ਨੂੰ ਲੁੱਟਦਾ ਹੈ ਜਾਂ ਪੁਲਿਸ ਵਾਲਾ ਦੋਸ਼ੀ ਨੂੰ ਕੁੱਟਦਾ ਹੈ, ਉਹ ਬੁਰਾ ਤਾਂ ਲੱਗ ਸਕਦਾ ਹੈ ਪਰ ਖਤਰਨਾਕ ਨਹੀਂ ਹੁੰਦਾ। ਬੈਠੇ ਜਾਂ ਸੁੱਤਿਆਂ ਫੜੇ ਜਾਣਾ ਕਹਿਣ ਦਾ ਭਾਵ ਕਿ ਕੋਈ ਬੁਰਾਈ ਕਰਕੇ ਫੜੇ ਜਾਣਾ ਉਹ ਬੁਰਾ ਤਾਂ ਹੈ ਪਰ ਖਤਰਨਾਕ ਨਹੀਂ ਹੈ। ਆਪਣੇ ਕੌਮ ਜਾਂ ਆਪਣੇ ਦੇਸ਼ ਦੇ ਲੋਕਾਂ ਨਾਲ ਗਦਾਰੀ ਕਰਨਾ ਸਭ ਤੋਂ ਬੁਰਾ ਹੈ ਪਰ ਖਤਰਨਾਕ ਨਹੀਂ ਹੈ। ਕੋਈ ਜ਼ੁਲਮ ਕਰਕੇ ਪੁਲਿਸ ਦੇ ਕਾਬੂ ਆ ਜਾਣਾ, ਡਰ ਕੇ ਚੁੱਪ ਹੋ ਜਾਣਾ ਬੁਰਾ ਹੈ ਪਰ ਸਭ ਤੋਂ ਖਤਰਨਾਕ ਨਹੀਂ। ਭਾਵ ਕਵੀ ਨੇ ਕੋਈ ਸਾਡੇ ਇਨਸਾਨੀ ਵਿਹਾਰ ਜਿਹੜੇ ਹਨ ਉਹਨਾਂ ਦੀ ਗੱਲ ਕਰਦਿਆਂ ਉਹਨਾਂ ਦੀ ਆਪਣੇ ਤੌਰ ਤੇ ਵਿਆਖਿਆ ਕੀਤੀ ਹੈ ਕਿ ਇਹ ਗੱਲਾਂ ਬੁਰੀਆਂ ਤੇ ਲੱਗ ਸਕਦੀਆਂ ਨੇ, ਜਿਵੇਂ ਕਿਰਤੀ ਨੂੰ ਕੁੱਟਣਾ ਜਾਂ ਕਿਰਤੀ ਦੁਆਰਾ ਪੁਲਿਸ ਨੂੰ ਕੁੱਟਣਾ, ਪੁਲਿਸ ਦੀ ਕੁੱਟ ਖਾਣਾ ਕਿਰਤੀ ਦੁਆਰਾ, ਜਾਂ ਸਰਮਾਏਦਾਰ ਦੁਆਰਾ ਕਿਰਤੀ ਨੂੰ ਲੁੱਟਣਾ, ਪੁਲਿਸ ਵੱਲੋਂ ਦੋਸ਼ੀ ਨੂੰ ਕੁੱਟਣਾ, ਇਹ ਸਭ ਕੁਝ ਖਤਰਨਾਕ ਨਹੀਂ ਹੋ ਸਕਦਾ, ਬੁਰਾ ਤੇ ਹੋ ਸਕਦਾ ਹੈ। ਇਸੇ ਪ੍ਰਕਾਰ ਕਵੀ ਨੇ ਕਿਹਾ ਕਿ ਦੇਸ਼ ਨਾਲ ਗਦਾਰੀ ਕਰਨ ਵਾਲਾ ਬੁਰਾ ਹੈ, ਜ਼ੁਲਮ ਕਰਕੇ ਪੁਲਿਸ ਤੇ ਕਾਬੂ ਆ ਜਾਣਾ ਬੁਰਾ ਹੈ ਪਰ ਸਭ ਤੋਂ ਖਤਰਨਾਕ ਨਹੀਂ ਹੈ। ਕਵਿਤਾ ਦੀ ਕਿਉਰਿਓਸਿਟੀ ਇਹ ਜਾਣਨ ਵਿੱਚ ਹੀ ਹੈ ਕਿ ਸਭ ਤੋਂ ਖਤਰਨਾਕ ਫਿਰ ਹੈ ਕੀ। ਅੰਤ ਤੱਕ ਸਾਨੂੰ ਇਸ ਗੱਲ ਦਾ ਪਤਾ ਲਾਉਣਾ ਪੈਂਦਾ ਕਿ ਕੀ ਹੈ। ਅਗਲਾ ਪੈਰਾ ਹੈ ਕਿ ਕਿਸੇ ਜੁਗਨੂ ਦੀ ਲੋਅ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ। ਕਵੀ ਨੇ ਬਹੁਤ ਵਧੀਆ ਗੱਲ ਇਹਦੇ ਚ ਕੀਤੀ ਹੈ। ਤਾਂ ਅਸੀਂ ਦੂਸਰੇ ਪੈਰੇ ਦੀ ਜੇ ਗੱਲ ਕਰੀਏ, ਕਵੀ ਕਹਿੰਦਾ ਹੈ ਕਿ ਧੋਖੇ ਦੇ ਰੌਲੇ ਰੱਪੇ ਵਿੱਚ ਆਪ ਸਹੀ ਹੁੰਦਿਆਂ ਵੀ ਦੱਬ ਕੇ ਡਰ ਕੇ ਰਹਿਣਾ ਬੁਰਾ ਹੈ। ਅਰਥਾਤ ਜੇਕਰ ਅਸੀਂ ਆਪ ਸਹੀ ਹਾਂ ਤਾਂ ਕਿਸੇ ਦੀ, ਜਿਸ ਤਰ੍ਹਾਂ ਕਵੀ ਨੇ ਕਿਹਾ ਕਿ ਕਿਸੇ ਵੀ ਆਪਣੇ ਤੋਂ ਵੱਡੀ ਧਿਰ ਦਾ
ਸਾਨੂੰ ਇਹ ਬੇਇਨਸਾਫੀ ਸਹਿਣਾ ਠੀਕ ਨਹੀਂ। ਪੂਰੀ ਰੋਸ਼ਨੀ ਦੀ ਮੰਗ ਕੀਤੇ ਬਗੈਰ ਥੋੜੀ ਜਿਹੀ ਰੋਸ਼ਨੀ 'ਚ ਕਵੀ ਅਨੁਸਾਰ ਪੜ੍ਹੀ ਜਾਣਾ ਠੀਕ ਨਹੀਂ। ਮਤਲਬ ਛੋਟੀਆਂ-ਛੋਟੀਆਂ ਗੱਲਾਂ ਨੇ, ਕਹਿੰਦਾ ਜੁਗਨੂ ਦੀ ਲੋਅ ਵਿੱਚ ਪੜ੍ਹਿਆ ਜਾ ਸਕਦਾ, ਬੁਰਾ ਲੱਗ ਸਕਦਾ, ਪਰ ਇਹ ਖਤਰਨਾਕ ਨਹੀਂ ਹੈ। ਇਸੇ ਤਰ੍ਹਾਂ ਉਸਨੇ ਕਿਹਾ ਕਿ ਪੂਰੀ ਰੋਸ਼ਨੀ ਮੰਗੇ ਬਗੈਰ ਥੋੜੀ ਰੋਸ਼ਨੀ 'ਚ ਪੜ੍ਹੀ ਜਾਣਾ ਬੁਰਾ ਤਾਂ ਹੈ ਪਰ ਖਤਰਨਾਕ ਨਹੀਂ। ਤੇ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਹਾਉਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਹੁਣ ਇਹ ਇੱਕ ਬਹੁਤ ਹੀ ਭਾਵੁਕ ਕਿਸਮ ਦੀ ਲਾਈਨ ਹੈ ਤੇ ਕਵੀ ਇਸ ਗੱਲ 'ਚ ਕਹਿੰਦਾ ਹੈ ਕਿ ਬੁਰੇ ਸਮੇਂ ਨੂੰ ਬਦਲਣ ਲਈ ਯਤਨ ਕਰਨ ਦੀ ਬਜਾਏ ਗੁੱਸਾ ਖਾ ਕੇ ਬੁਰਾਈ ਵਿੱਚ ਹੀ ਵਕਤ ਲੰਘਾਈ ਜਾਣਾ ਤੇ ਚੰਗਿਆਈ ਲਈ ਸੰਘਰਸ਼ ਨਾ ਕਰਨਾ, ਇਹ ਬੁਰਾ ਹੈ ਪਰ ਖਤਰਨਾਕ ਨਹੀਂ ਹੈ। ਸਭ ਤੋਂ ਖਤਰਨਾਕ ਕਵੀ ਅਨੁਸਾਰ ਇਹ ਹੈ ਕਿ ਬਿਲਕੁਲ ਸ਼ਾਂਤ ਰਹਿਣਾ। ਜਿਸ ਪ੍ਰਕਾਰ ਮੌਤ ਤੋਂ ਬਾਅਦ ਮੁਰਦੇ ਬਿਲਕੁਲ ਸ਼ਾਂਤ ਅਡੋਲ ਹੋ ਜਾਂਦੇ ਹਨ, ਉਸ ਤਰ੍ਹਾਂ ਹੀ ਜਿਉਂਦੇ ਜੀ, ਜੇ ਅਸੀਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਪ੍ਰਸਥਿਤੀਆਂ ਨੂੰ ਵੇਖ ਕੇ ਬਿਲਕੁਲ ਮੁਰਦਾ ਸ਼ਾਂਤੀ ਨਾਲ ਭਰ ਜਾਂਦੇ ਹਾਂ, ਤੇ ਕਵੀ ਅਨੁਸਾਰ ਇਹ ਸਭ ਤੋਂ ਖਤਰਨਾਕ ਹੈ। ਹੁਣ ਤੱਕ ਅਸੀਂ ਜਿੰਨੀਆਂ ਵੀ ਚੀਜ਼ਾਂ ਪੜ੍ਹੀਆਂ, ਕੀਰਤੀ ਨੂੰ ਪੁਲਿਸ ਦੁਆਰਾ ਕੁੱਟੇ ਜਾਣਾ ਜਾਂ ਪੁਲਿਸ ਵੱਲੋਂ ਦੋਸ਼ੀ ਨੂੰ ਕੁੱਟੇ ਜਾਣਾ ਜਾਂ ਬਹੁਤ ਰੌਲੇ ਦੇ ਵਿੱਚ ਸਹੀ ਹੋਣ ਦੇ ਬਾਵਜੂਦ ਵੀ ਚੁੱਪ ਰਹਿਣਾ, ਦੱਬ ਜਾਣਾ, ਇਹ ਸਭ ਕੁਛ ਬੁਰਾ ਆ। ਪਰ ਕਵੀ ਸਭ ਤੋਂ ਬੁਰਾ ਸਮਝ ਰਿਹਾ ਹੈ ਕਿ ਜੇ ਅਸੀਂ ਬਿਲਕੁਲ ਸੰਵੇਦਨਹੀਨ ਹਾਂ, ਸਾਡੇ ਅੰਦਰ ਕੋਈ ਭਾਵਨਾ ਨਹੀਂ ਹੈ, ਤਾਂ ਉਹ ਸਭ ਤੋਂ ਬੁਰਾ ਹੈ। ਸਾਨੂੰ ਕਵੀ ਅਨੁਸਾਰ ਬੁਰਾਈ ਦੇ ਵਿਰੁੱਧ ਸੰਘਰਸ਼ ਕਰਨਾ, ਕਿਸੇ ਬੇਇਨਸਾਫੀ ਦੇ ਵਿਰੁੱਧ ਨਾ ਬੋਲਣਾ, ਸ਼ਾਂਤੀ ਧਾਰਨ ਕਰਕੇ ਬੈਠੇ ਰਹਿਣਾ ਕਵੀ ਅਨੁਸਾਰ ਸਭ ਤੋਂ ਖਤਰਨਾਕ ਹੈ। ਤੇ ਉਸ ਤੋਂ ਵੀ ਖਤਰਨਾਕ ਹੈ ਕਵੀ ਅਨੁਸਾਰ ਕਿ ਮਨੁੱਖ ਦੇ ਸੁਪਨਿਆਂ ਦਾ ਖਤਮ ਹੋ ਜਾਣਾ ਤੇ ਉਸਨੂੰ ਕੋਈ ਵੀ ਭਵਿੱਖ ਦੇ ਕੋਈ ਵੀ ਉਹਦੀਆਂ ਯੋਜਨਾਵਾਂ, ਉਹਦਾ ਨਾ ਹੋਵੇ। ਸਭ ਤੋਂ ਖਤਰਨਾਕ ਕਵੀ ਨੂੰ ਸੁਪਨਿਆਂ ਦਾ ਮਰਨਾ ਲੱਗਦਾ ਹੈ ਤੇ ਉਸਨੂੰ ਇਹ ਵੀ ਲੱਗਦਾ ਹੈ ਕਿ ਜੇਕਰ ਸਾਡੀ ਗੁੱਟ ਤੇ ਚੱਲਦੀ ਹੋਈ ਘੜੀ ਉਹ ਤਾਂ ਚੱਲਦੀ ਪਈ ਹੈ, ਪਰ ਅਸੀਂ ਆਪਣੀ ਜ਼ਿੰਦਗੀ 'ਚ ਜੇ ਰਵਾਨਗੀ ਖ਼ਤਮ ਕਰ ਲਈ ਹੈ, ਤਾਂ ਕਵੀ ਅਨੁਸਾਰ ਇਹ ਸਭ ਤੋਂ ਬੁਰਾ ਹੈ। ਆਪਣੇ ਅੰਦਰ ਕਿਸੇ ਬੁਰਾਈ ਲਈ ਸੰਘਰਸ਼ ਨੂੰ ਦਬਾ ਲੈਣਾ, ਘਰ ਤੋਂ ਨਿਕਲ ਕੇ ਕੰਮ ਤੇ ਜਾਣਾ ਤੇ ਕੰਮ ਤੋਂ ਮੁੜ ਘਰ ਆ ਜਾਣਾ, ਸਭ ਤੋਂ ਖਤਰਨਾਕ ਹੈ। ਕਵੀ ਅਨੁਸਾਰ ਬੇਅਣਖ ਜੀਵਨ ਜਿਉਣਾ ਸਭ ਤੋਂ ਖਤਰਨਾਕ ਹੈ। ਇਸ ਕਵਿਤਾ 'ਚ ਕਵੀ ਨੇ ਆਪਣੇ ਜਿਹੜੇ ਮਨੋਭਾਵ ਹਨ, ਉਹ ਇਸ ਤਰੀਕੇ ਨਾਲ ਪੇਸ਼ ਕੀਤੇ ਆ। ਤਾਂ ਅਗਲੇ ਜਿਹੜੇ ਪ੍ਰਸੰਗ ਆ, ਉਸ ਦੇਖਦੇ ਹਾਂ। ਫਿਰ ਉਸ ਤੋਂ ਅੱਗੇ ਕਵੀ ਕਹਿੰਦਾ ਕਿ ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਅੱਖ ਹੁੰਦੀ ਹੈ, ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ 'ਚੋਂ ਉੱਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁੱਲ ਜਾਂਦੀ ਹੈ। ਤੇ ਕਵੀ ਇੱਥੇ ਇਹ ਗੱਲ ਦੁਹਰਾਉਂਦਾ ਹੋਇਆ ਕਹਿੰਦਾ ਕਿ ਸਭ ਤੋਂ ਖਤਰਨਾਕ ਕ ਉਸ ਵਿਅਕਤੀ ਦੀ ਅੱਖ ਹੈ ਜੋ ਆਪਣੇ ਸਾਹਮਣੇ ਜ਼ੁਲਮ ਤੇ ਅਨਿਆਂ ਵੇਖਦੀ ਹੈ, ਪਰ ਜੋ ਠੰਡੀ ਰਹਿੰਦੀ ਹੈ, ਭਾਵ ਉਸ ਦੇ ਵਿੱਚ ਬਗਾਵਤ ਨਹੀਂ ਆਉਂਦੀ ਜਾਂ ਗੁੱਸਾ ਨਹੀਂ ਆਉਂਦਾ। ਅਜਿਹੇ ਲੋਕਾਂ ਦੇ ਅੰਦਰ ਇਨਸਾਨੀਅਤ ਲਈ ਪਿਆਰ ਖਤਮ ਹੋ ਜਾਂਦਾ ਹੈ। ਕਵੀ ਅਨੁਸਾਰ ਉਸ ਅੱਖ ਸਭ ਤੋਂ ਖਤਰਨਾਕ ਹੈ ਜੋ ਕੇਵਲ ਵਸਤੂਆਂ ਨੂੰ ਪਿਆਰ ਕਰਦੀ ਹੈ ਜਾਂ ਵੇਖਦੀ ਹੈ ਤੇ ਇਨਸਾਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ। ਕਹਿਣ ਦਾ ਭਾਵ ਕਿ ਜਿਸ ਅੱਖ 'ਚੋਂ ਇਨਸਾਨੀਅਤ ਖਤਮ ਹੋ ਜਾਂਦੀ ਹੈ, ਕਵੀ ਸਮਝਦਾ ਹੈ ਕਿ ਉਹ ਅੱਖ ਸਭ ਤੋਂ ਖਤਰਨਾਕ ਹੈ। ਉਹ ਅੱਖ ਜਾਂ ਉਹ ਵਿਅਕਤੀ ਖਤਰਨਾਕ ਹੈ, ਜਿਹੜੀ ਅੱਖ ਕੇਵਲ ਸਧਾਰਨ ਵਸਤੂਆਂ ਤੱਕ ਸੀਮਤ ਰਹਿੰਦੀ ਹੈ ਤੇ ਸੰਘਰਸ਼ ਦਾ ਰਸਤਾ ਛੱਡ ਦਿੰਦੀ ਹੈ। ਕਵੀ ਨੂੰ ਇੰਝ ਲੱਗਦਾ ਹੈ ਕਿ ਉਹ ਅੱਖ ਸਭ ਤੋਂ ਖਤਰਨਾਕ ਹੁੰਦੀ ਹੈ। ਅੱਗੇ ਕਵੀ ਲਿਖਦਾ ਕਿ ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਸੁੰਨ ਹੋਏ ਵਿਹੜਿਆਂ 'ਚ ਚੜ੍ਹਦਾ ਹੈ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਮਤਲਬ ਇਸ ਪੈਰੇ 'ਚ ਕਵੀ ਨੇ ਚੰਦਰਮਾ ਦੇ ਜ਼ਰੀਏ ਕਿਹਾ ਕਿ ਉਹ ਦਿਨ ਜਿਨ੍ਹਾਂ ਦਿਨਾਂ ਦੇ ਵਿੱਚ ਕੋਈ ਵਾਰਦਾਤ ਹੁੰਦੀ ਹੈ ਤੇ ਉਸ ਵਾਰਦਾਤ ਨੂੰ ਸਹਿਣ ਵਾਲੇ ਜਾਂ ਉਸ ਵਾਰਦਾਤ ਨੂੰ ਵੇਖਣ ਵਾਲੇ ਲੋਕ ਜੇਕਰ ਬਿਲਕੁਲ ਚੁੱਪਚਾਪ ਉਸਨੂੰ ਵੇਖੀ ਜਾਂਦੇ ਹਨ ਤੇ ਉਸਦੇ ਪ੍ਰਤੀਕਰਮ ਨਹੀਂ ਕਰਦੇ, ਤਾਂ ਉਹ ਚੰਦਰਮਾ ਵੀ ਉਸ ਦਿਨ ਜਿਹੜਾ ਚੜ੍ਹਿਆ ਹੈ, ਕਵੀ ਅਨੁਸਾਰ ਸਭ ਤੋਂ ਖਤਰਨਾਕ ਹੈ, ਕਿਉਂਕਿ ਉਹ ਸ਼ਾਂਤ ਹੁੰਦਾ ਹੈ। ਉਸ ਦੇ ਵਿੱਚ ਕੋਈ ਵੀ ਹਿਲ-ਜੁਲ ਨਹੀਂ ਹੁੰਦੀ। ਉਸੇ ਪ੍ਰਕਾਰ ਜਿਹੜੀਆਂ ਅੱਖਾਂ ਸਮਾਜ ਵਿੱਚ ਬੁਰਾਈਆਂ ਦੇਖ ਕੇ ਵੀ ਚੁੱਪ-ਚਾਪ ਰਹਿੰਦੀਆਂ ਹਨ, ਉਹ ਠਹਿਰੇ ਹੋਏ ਚੰਨ ਵਰਗੀਆਂ ਹਨ, ਜਿਨ੍ਹਾਂ ਦੇ ਵਿੱਚ ਕੋਈ ਕਿਸੇ ਵਰਤਾਰੇ ਪ੍ਰਤੀ ਕੋਈ ਬਗਾਵਤ ਨਹੀਂ ਹੈ।
ਕਵੀ ਅਨੁਸਾਰ ਸਭ ਤੋਂ ਖਤਰਨਾਕ ਉਹ ਚੰਨ ਹੈ ਜੋ ਸ਼ਾਂਤ ਹੁੰਦਾ ਹੈ ਤੇ ਕਿਸੇ ਜ਼ੋਰਾਵਰ ਵੱਲੋਂ ਗਰੀਬ ਦਾ ਕਤਲ ਕੀਤੇ ਜਾਣ ਤੋਂ ਬਾਅਦ ਜਿਹੜਾ ਚੰਨ ਕਿਸੇ ਗਰੀਬ ਦੇ ਵਿਹੜੇ ਚੜ੍ਹਦਾ ਹੈ, ਉਹ ਮਨ ਨੂੰ ਠੰਡ ਨਹੀਂ ਪਾਉਂਦਾ, ਸਗੋਂ ਅੱਖਾਂ ਵਿੱਚ ਮਿਰਚਾਂ ਵਾਂਗ ਲੜਦਾ ਹੈ। ਉਹ ਅਣਖ ਨੂੰ ਜਗਾਉਂਦਾ ਨਹੀਂ। ਕਵੀ ਅਨੁਸਾਰ ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ। ਅੱਗੇ ਕਵੀ ਲਿਖਦਾ ਕਿ ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਲੰਘਦਾ ਹੈ, ਡਰੇ ਹੋਏ ਲੋਕਾਂ ਦੇ ਬਾਰ ਮੂਰੇ ਜੋ ਵੈਲੀ ਦੀ ਖੰਘ ਖੰਘਦਾ ਹੈ। ਕਵੀ ਅਨੁਸਾਰ ਸਭ ਤੋਂ ਖਤਰਨਾਕ ਉਹ ਗੀਤ ਹੈ ਜੋ ਸਾਡੇ ਕੰਨਾਂ ਤੱਕ ਪਹੁੰਚਣ ਪਹੁੰਚਣ ਤੱਕ ਬਹੁਤ ਸਾਰੇ ਲੋਕਾਂ ਦੀ ਵਿਚਾਰਗੀ ਜਾਂ ਬੇਵਸੀ ਨੂੰ ਵੇਖ ਕੇ ਆਉਂਦਾ ਹੈ ਸਾਡੇ ਤੱਕ। ਅਰਥਾਤ ਅਜਿਹਾ ਗੀਤ ਸਾਡੀ ਆਤਮਾ ਨੂੰ ਝੰਜੋੜਦਾ ਨਹੀਂ, ਕੇਵਲ ਆਤਮਾ ਨੂੰ ਪ੍ਰਭਾਵਿਤ ਨਹੀਂ ਕਰਦਾ, ਕੇਵਲ ਸਾਡੇ ਕੰਨਾਂ ਨੂੰ ਹੀ ਸੁਣਾਈ ਦਿੰਦਾ ਹੈ। ਅਜਿਹਾ ਗੀਤ ਸਭ ਤੋਂ ਖਤਰਨਾਕ ਹੈ। ਕਹਿਣ ਦਾ ਭਾਵ ਕਿ ਕਵੀ ਸਮਾਜ ਦੇ ਲੇਖਕਾਂ ਨੂੰ ਵੀ ਅਵੇਅਰ ਕਰਦਾ, ਸੁਚੇਤ ਕਰਦਾ ਹੈ ਕਿ ਉਹਨਾਂ ਨੂੰ ਆਪਣੀ ਕਲਮ ਜਿਹੜੀ ਹੈ ਇਨਸਾਫ ਲਈ ਉਠਾਉਣੀ ਚਾਹੀਦੀ ਹੈ, ਸੱਚ ਲਈ ਉਠਾਉਣੀ ਚਾਹੀਦੀ ਹੈ ਤੇ ਉਹਨਾਂ ਦੇ ਲਿਖੇ ਗੀਤ ਜੇਕਰ ਸਾਡੇ ਅੰਦਰ ਇੱਕ ਸਮਾਜ ਦੀਆਂ ਬੁਰਾਈਆਂ ਪ੍ਰਤੀ ਝਰਨਾਹਟ ਨਹੀਂ ਛੇੜਦੇ, ਸਾਨੂੰ ਪ੍ਰਭਾਵਿਤ ਨਹੀਂ ਕਰਦੇ, ਤਾਂ ਉਹ ਗੀਤ ਕੇਵਲ ਇੱਕ ਆਨੰਦ ਲਈ, ਖੁਸ਼ੀ ਲਈ ਪੜ੍ਹੇ ਜਾ ਸਕਦੇ ਆ, ਪਰ ਉਹ ਸਾਡੀ ਚੇਤਨਾ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਅਜਿਹੇ ਗੀਤ ਘਬਰਾਏ ਹੋਏ ਲੋਕਾਂ ਨੂੰ ਹੋਰ ਦੁਖੀ ਕਰਦੇ ਹਨ ਤੇ ਉਹਨਾਂ ਦੇ ਘਰਾਂ ਸਾਹਮਣੇ ਕਿਸੇ ਨਸ਼ਈ ਵੱਲੋਂ ਖੰਘ ਕੇ ਲੰਘਣ ਵਾਂਗ ਉਹਨਾਂ ਨੂੰ ਡਰਾਉਣ ਦਾ ਹੀ ਕੰਮ ਕਰਦੇ। ਜਿਵੇਂ ਕੋਈ ਨਸ਼ਈ ਬੰਦਾ ਕਿਸੇ ਦੇ ਘਰ ਅੱਗੋਂ ਲੰਘ ਕੇ ਖੰਘ ਕੇ ਲੰਘ ਸਕਦਾ ਹੈ, ਪਰ ਉਹ ਉਸ ਵੇਲੇ ਇਸ ਤਰ੍ਹਾਂ ਦੀ ਹਾਲਤ 'ਚ ਹੁੰਦਾ ਕਿ ਉਹ ਕਿਸੇ ਤਰੀਕੇ ਨਾਲ ਉਸਦਾ ਕੋਈ ਬਹੁਤਾ ਨੁਕਸਾਨ ਨਹੀਂ ਕਰ ਸਕਦਾ, ਕਿਉਂਕਿ ਆਪ ਹੀ ਉਸਦਾ ਸਰੀਰ ਉਸਦੇ ਵੱਸ 'ਚ ਨਹੀਂ ਹੁੰਦਾ। ਤੇ ਕਵੀ ਅਨੁਸਾਰ ਅਜਿਹੇ ਗੀਤ ਵੀ ਸਮਾਜ ਨੂੰ ਕੇਵਲ ਸੁਣਦੇ ਹਨ, ਭਾਵ ਸਮਾਜ ਨੂੰ ਬਦਲਣ ਦੀ ਜਾਂ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਨਹੀਂ ਰੱਖਦੇ। ਅੰਤ 'ਚ ਕਵੀ ਕਹਿੰਦਾ ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ ਤੇ, ਜਿਹਦੇ ਵਿੱਚ ਸੁਰਫ ਉੱਲੂ ਬੋਲਦੇ, ਗਿੱਦੜ ਹਵਾਂਕਦੇ, ਚਿਮਟ ਜਾਂਦੇ, ਸਦੀਵੀ ਨੇਰ ਬੰਦ ਬੂਹਿਆਂ ਚੁਗਾਠਾਂ ਤੇ। ਕਵੀ ਨੇ ਇਹ ਜਿਹੜੀ ਇੱਕ ਸਮਾਜ ਦੇ ਵਿੱਚ ਉਦੋਂ ਦੀ ਸਥਿਤੀ ਦੱਸੀ ਹੈ ਜਦੋਂ ਸਮਾਜ ਵਿੱਚ ਕੋਈ ਫਿਰਕੂ ਤਾਕਤਾਂ ਨਾਲ ਬਗਾਵਤ, ਲੋਕ ਇੱਕ ਦੂਜੇ ਦੇ ਖੂਨ ਖਰਾਬਾ ਕਰਦੇ ਜਾਂ ਹਿੰਸਾ ਫੈਲਦੀ ਹੈ, ਤਾਂ ਕਵੀ ਉਦੋਂ ਦੀ ਗੱਲ ਕਰਦਾ। ਕਵੀ ਅਨੁਸਾਰ ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜਿਹੜੀ ਰਾਤ ਜਿਸ ਵਿੱਚ ਉੱਲੂ ਬੋਲਦੇ ਤੇ ਗਿੱਦੜ ਹਵਾਂਕਦੇ ਹਨ। ਕਹਿਣ ਦਾ ਭਾਵ ਕਿ ਜਦੋਂ ਮਨੁੱਖ ਡਰ ਤੇ ਭੈ ਨਾਲ ਆਪਣੇ ਆਪ ਨੂੰ ਕਿਸੇ ਸਥਿਤੀ ਤੋਂ ਬਚਾ ਕੇ ਕੇਵਲ ਜਿਉਂਦਾ ਹੈ, ਤਾਂ ਉਹ ਕਵੀ ਅਨੁਸਾਰ ਸਭ ਤੋਂ ਖਤਰਨਾਕ ਸਮਾਂ ਹੈ, ਕਿਉਂਕਿ ਉਸ ਵੇਲੇ ਲੋਕਾਂ ਦੇ ਅੰਦਰ ਕਿਸੇ ਵੀ ਆਪਣੇ ਸਮਾਜ ਜਾਂ ਰਾਜਨੀਤੀ ਵਿੱਚ ਹੋ ਰਹੀਆਂ ਗਲਤ ਚੀਜ਼ਾਂ ਦੇ ਖਿਲਾਫ ਉੱਠਣ ਦੀ ਉਹਨਾਂ ਦੇ ਵਿੱਚ ਤਾਕਤ ਨਹੀਂ ਹੁੰਦੀ। ਇਸ ਲਈ ਉਹ ਸਮਾਂ ਸਭ ਤੋਂ ਖਤਰਨਾਕ ਹੈ। ਜਦੋਂ ਹੋਰ ਲੋਕਾਂ ਵਾਸਤੇ ਮਿਸਾਲ ਨਹੀਂ ਬਣਦਾ, ਸਗੋਂ ਉਸ ਨੂੰ ਡਰ ਅਤੇ ਬੇਵਸੀ 'ਚ ਦਿਨ ਕੱਟਣੇ ਪੈਂਦੇ ਹਨ, ਉਹ ਸਭ ਤੋਂ ਖਤਰਨਾਕ ਹੈ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ। ਕਵੀ ਅਗਲੀ ਗੱਲ ਕਰਦਾ ਹੈ ਕਿ ਸਭ ਤੋਂ ਖਤਰਨਾਕ ਉਹ ਸਮਾਂ ਹੈ ਜਦੋਂ ਲੋਕਾਂ ਦੀ ਅਣਖ ਅਤੇ ਗੈਰਤ ਖਤਮ ਹੋ ਜਾਂਦੀ ਹੈ ਤੇ ਉਹ ਆਪਣੇ ਆਪ ਨੂੰ ਵਕਤ ਦੇ ਹੱਥ ਸਰੈਂਡਰ ਕਰ ਦਿੰਦੇ ਹਨ ਜਾਂ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਕਿਸੇ ਦੇ ਜਿਸ ਤਰ੍ਹਾਂ ਨੇ ਆਪਣੀ ਹਾਰ ਮੰਨ ਲੈਂਦੇ ਹਨ। ਉਸ ਵੇਲੇ ਸਭ ਤੋਂ ਖਤਰਨਾਕ ਹੈ ਤੁਹਾਡੇ ਜਿਸਮ ਦੇ ਪੁਰਬ 'ਚ ਖੁੱਭ ਜਾਏ, ਜਿਵੇਂ ਕੋਈ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੁਰਬ 'ਚ ਖੁੱਭ ਜਾਏ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਅੰਤ ਵਿੱਚ ਕਵੀ ਫਿਰ ਇਹੀ ਗੱਲ ਕਰਦਾ ਹੈ ਕਿ ਸਭ ਤੋਂ ਖਤਰਨਾਕ ਉਹ ਸਮਾਂ ਹੁੰਦਾ ਹੈ ਜੋ ਸਾਡੇ ਅੰਦਰ ਕਿਸੇ ਬੁਰੇ ਵਰਤਾਰੇ ਪ੍ਰਤੀ ਸਾਨੂੰ ਚੁੱਪ ਕਰਾ ਦਿੰਦਾ ਹੈ। ਕਵੀ ਕਹਿੰਦਾ ਹੈ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਾਂ ਘੜੀ ਹੁੰਦੀ ਹੈ, ਘੜੀ ਮਤਲਬ ਸਮਾਂ, ਜਦੋਂ ਮਨੁੱਖ ਦੀ ਆਤਮਾ ਦਾ ਸੂਰਜ ਛੁਪ ਜਾਂਦਾ ਹੈ, ਅਰਥਾਤ ਮਨੁੱਖ ਆਪਣੇ ਉੱਪਰ ਹੋ ਰਹੇ ਜ਼ੁਲਮ ਨੂੰ ਸਹਿਣ ਦੀ ਆਦਤ ਪਾ ਲੈਂਦਾ ਹੈ। ਉਹ ਸਮਾਂ ਸਭ ਤੋਂ ਬੁਰਾ ਤੇ ਖਤਰਨਾਕ ਹੁੰਦਾ ਹੈ। ਕਵੀ ਅਨੁਸਾਰ ਮਨੁੱਖ ਦਾ ਜ਼ੁਲਮ ਵਿਰੁੱਧ ਸ਼ਾਂਤ ਰਹਿਣਾ, ਧੋਖੇ ਅੱਗੇ ਦੱਬ ਜਾਣਾ, ਸਭ ਕੁਝ ਸਹੀ ਜਾਣਾ, ਭਵਿੱਖ ਬਾਰੇ ਨਾ ਸੋਚਣਾ, ਬੇਅਣਖ ਅਤੇ ਨਿਰਾਸ਼ਾ ਭਰਿਆ ਜੀਵਨ ਜਿਉਣਾ ਸਭ ਤੋਂ ਖਤਰਨਾਕ ਹੈ। ਕਵੀ ਸੋਚਦਾ ਹੈ ਕਿ ਜੇ ਕਿਸੇ ਨੂੰ ਕੋਈ ਛੋਟੀਆਂ-ਛੋਟੀਆਂ ਜੀਵਨ 'ਚ ਕੋਈ ਨੁਕਸਾਨ ਹੈ, ਘਾਟੇ ਪੈਂਦੇ ਆ, ਤਾਂ ਉਹ ਸਭ ਤੋਂ ਖਤਰਨਾਕ ਨਹੀਂ ਹਨ। ਪਰ ਸਭ ਤੋਂ ਖਤਰਨਾਕ ਹੈ ਜਦੋਂ ਅਸੀਂ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਨਹੀਂ ਜਗਾ ਸਕਦੇ। ਜ਼ੁਲਮ ਵਿਰੁੱਧ ਸ਼ਾਂਤ ਰਹਿਣਾ ਜਾਂ ਹੋਰ ਵਰਤਾਰਿਆਂ ਨੂੰ ਵੇਖ ਕੇ ਚੁੱਪ ਰਹਿਣਾ ਕਵੀ ਅਨੁਸਾਰ ਉਹ ਸਭ ਤੋਂ ਖਤਰਨਾਕ ਹੈ। ਇਹ ਕਵਿਤਾ ਵਿੱਚ ਕਵੀ ਨੇ ਮਨੁੱਖ ਦੀ ਸੋਚ ਨੂੰ ਝੰਜੋੜਿਆ ਹੈ, ਜੋ ਸਥਾਪਤੀ ਨੂੰ ਓਦਾਂ ਦੀ ਓਦਾਂ ਸਵੀਕਾਰ ਕਰ ਲੈਂਦੀ ਹੈ ਤੇ ਆਪਣਾ ਜੀਵਨ ਨਿਰਜਿੰਦ ਹੋ ਕੇ ਇਨਸਾਨ ਗੁਜ਼ਾਰਦਾ ਹੈ। ਇੰਝ ਕਵੀ ਨੇ ਕੁਝ ਸਥਿਤੀਆਂ ਨੂੰ ਬਿਆਨ ਕਰਦਿਆਂ ਹੋਇਆਂ ਉਹਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ
ਤੇ ਮਾਨਵਵਾਦ ਦੀ ਕਦਰਾਂ ਕੀਮਤਾਂ ਨੂੰ ਉਸਾਰਨ ਲਈ ਇਹ ਕਵਿਤਾ ਲਿਖੀ ਹੈ। ਉਹ ਵੀ ਕਹਿੰਦਾ ਹੈ ਕਿ ਸਾਡੀ ਆਤਮਾ ਦਾ ਸੂਰਜ ਨਹੀਂ ਡੁੱਬਣਾ ਚਾਹੀਦਾ, ਅਰਥਾਤ ਸਾਨੂੰ ਜਿਉਂਦੇ ਜੀ ਆਪਣੀ ਜਿਹੜੇ ਆਸੇ-ਪਾਸੇ ਜੋ ਕੁਝ ਬੁਰਾ ਹੋ ਰਿਹਾ ਹੈ, ਉਸ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਇਹ ਕਵੀ ਦੀ ਬਹੁਤ ਮਤਲਬ ਸਿਲੇਬਸ 'ਚ ਲੱਗੀ ਹੋਣ ਦੇ ਨਾਲ-ਨਾਲ ਇਹ ਇੱਕ ਬਹੁਤ ਪ੍ਰਸਿੱਧ ਕਵਿਤਾ ਹੈ ਕਵੀ ਦੀ, ਜਿਸ ਨੂੰ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਤੌਰ ਤੇ ਜਾਣਿਆ ਜਾਂਦਾ।